ਸਾਰਿਆਂ ਨੂੰ ਹੈਲੋ। ਇੰਜੀਨੀਅਰਿੰਗ ਡਰਾਇੰਗ ਤੇ ਸਾਡੇ NPTEL ਆਨਲਾਈਨ ਸਰਟੀਫਿਕੇਸ਼ਨ ਕੋਰਸਾਂ ਵਿੱਚ ਤੁਹਾਡਾ ਸਵਾਗਤ ਹੈ। ਮੈਂ ਮਕੈਨੀਕਲ ਇੰਜੀਨੀਅਰਿੰਗ IIT ਖੜਗਪੁਰ ਤੋਂ ਰਾਜਾਰਾਮ ਹਾਂ। ਅਸੀਂ ਮੋਡਿਊਲ ਨੰਬਰ 2 ਵਿੱਚ ਹਾਂ, ਕੋਨਿਕ ਸੈਕਸ਼ਨ ਉੱਤੇ ਲੈਕਚਰ 12 ਤੇ ਹਾਂ। ਸਿਰਫ ਰੀਕੈਪ ਕਰਨ ਲਈ, ਜੇਕਰ ਸਾਡੇ ਕੋਲ ਇੱਕ ਰਾਈਟ ਸਰਕੂਲਰ ਕੋਨ ਹੈ, ਇਹ ਹੋਰੀਜ਼ੋਨਟਲ ਸਲਾਈਸ ਲੈ ਕੇ ਸਾਨੂੰ ਸਰਕਲ, ਇੱਕ ਇਨਕਲਾਈਨਡ ਸਲਾਈਸ, ਇਲਿਪਸ ਮਿਲੇਗਾ, ਜੇਕਰ ਇਹ ਸੈਕਸ਼ਨ ਦੋਨਾਂ ਸਲੈਂਟਸ ਨੂੰ ਕੱਟ ਕਰਨ ਜਾ ਰਿਹਾ ਹੈ। ਜੇਕਰ ਇੱਕ ਪੈਰਲਲ ਸਲੈਂਟ ਕੱਟ ਸੈਕਸ਼ਨ ਜੇਕਰ ਅਸੀਂ ਲੈ ਰਹੇ ਹਾਂ, ਤਾਂ ਇਹ ਇੱਕ ਹਾਈਪਰਬੋਲਾ ਕੰਸਟਰਕਟ ਕਰਦਾ ਹੈ ਅਤੇ ਕੋਈ ਹੋਰ ਸੈਕਸ਼ਨ ਇਹ ਹਾਈਪਰਬੋਲਾ ਬਣਾਉਂਦਾ ਹੈ। ਹੁਣ ਅੱਜ ਦੇ ਲੈਕਚਰ ਵਿੱਚ ਅਸੀਂ ਦੇਖਾਂਗੇ ਕਿ ਇਲਿਪਸ ਜਿਓਮੈਟ੍ਰੀਕਲ ਮੀਨਸ ਨੂੰ ਕਿਵੇਂ ਕੰਸਟਰਕਟ ਕੀਤਾ ਜਾਵੇ। ਪ੍ਰਿੰਸੀਪਲ ਤੌਰ ਤੇ ਇੱਥੇ 4 ਮੈਥਡ ਉਪਲਬਧ ਹਨ। ਫੋਕਸ ਡਾਇਰੈਕਟ੍ਰਿਕਸ ਮੈਥਡ, ਦੂਸਰੀ ਇੱਕ ਕੰਸੈਂਟ੍ਰਿਕ ਸਰਕਲ ਮੈਥਡ ਹੈ, ਤੀਜੀ ਇੱਕ ਓਬਲੋਂਗ ਮੈਥਡ ਹੈ, ਅਤੇ ਚੌਥੀ ਇੱਕ ਸਰਕਲ ਮੈਥਡ ਦੀ ਆਰਕ ਹੈ। ਪਹਿਲਾ ਮੈਥਡ ਫੋਕਸ ਅਤੇ ਡਾਇਰੈਕਟ੍ਰਿਕਸ ਮੈਥਡ ਲਈ ਸਾਡੇ ਕੋਲ ਡਾਇਰੈਕਟ੍ਰਿਕਸ, ਐਕਸੈਂਟ੍ਰਿਸਿਟੀ ਅਤੇ ਫੋਕਸ ਬਾਰੇ ਇੱਕ ਪਰਿਭਾਸ਼ਾ ਹੈ। ਆਓ ਇੱਥੇ ਇਸ ਟਰਮੀਨੋਲੋਜੀ ਨੂੰ ਵੇਖੀਏ। ਉਦਾਹਰਨ ਲਈ ਇੱਕ ਇਲਿਪਸ ਨੂੰ ਲੈਂਦੇ ਹਾਂ। ਇਸ ਇਲਿਪਸ ਵਿੱਚ ਇੱਕ ਫੋਕਲ ਪੁਆਇੰਟ ਹੈ ਜਿਸ ਨੂੰ ਅਸੀਂ ਫੋਕਸ ਕਹਿ ਰਹੇ ਹਾਂ। ਆਮ ਤੌਰ ਤੇ ਇਲਿਪਸ ਲਈ ਹਮੇਸ਼ਾ 2 ਫੋਕਸ ਹੁੰਦੇ ਹਨ। ਉਦਾਹਰਨ ਲਈ ਇੱਥੇ ਇੱਕ ਫੋਕਸ, ਦੂਜਾ ਫੋਕਸ ਵੀ ਉੱਥੇ ਹੋ ਸਕਦਾ ਹੈ। ਪਹਿਲਾ ਸਿੰਪਲ ਕੇਸ, ਅਸੀਂ ਸਿਰਫ ਇੱਕ ਫੋਕਸ ਦਿਖਾ ਰਹੇ ਹਾਂ। ਅਤੇ ਇੱਥੇ ਇਹ ਲਾਈਨ ਹੈ, ਜਿਸ ਨੂੰ ਅਸੀਂ ਡਾਇਰੈਕਟ੍ਰਿਕਸ ਲਾਈਨ ਕਹਿੰਦੇ ਹਾਂ। ਇਸ ਡਾਇਰੈਕਟ੍ਰਿਕਸ ਲਾਈਨ ਬਾਰੇ ਇੱਕ ਇਲਿਪਸ, ਪੈਰਾਬੋਲਾ ਜਾਂ ਹਾਈਪਰਬੋਲਾ ਕੰਸਟਰਕਟ ਕਰਨ ਲਈ ਇੱਕ ਪੋਰਸ਼ਨ ਵਿੱਚ ਹੋਣਗੇ। ਆਮ ਤੌਰ ਤੇ ਕਿਸੇ ਵੀ ਕਰਵ ਲਈ, ਭਾਵੇਂ ਇਹ ਇਲਿਪਸ, ਪੈਰਾਬੋਲਾ ਜਾਂ ਡਾਇਰੈਕਟ੍ਰਿਕਸ ਹੋਵੇ, ਫੋਕਸ ਤੋਂ ਲੈ ਕੇ ਕਰਵ ਤੇ ਪੁਆਇੰਟ ਤੱਕ, ਇਹ ਪੁਆਇੰਟ ਇਸ ਪੁਆਇੰਟ ਜਾਂ ਇਹ ਪੁਆਇੰਟ ਵਿੱਚੋਂ ਇੱਕ ਹੋ ਸਕਦਾ ਹੈ। ਉਸ ਪੁਆਇੰਟ ਤੱਕ ਫੋਕਸ ਦੀ ਦੂਰੀ ਕੀ ਹੈ? ਅਤੇ ਉਸ ਪੁਆਇੰਟ ਤੋਂ ਡਾਇਰੈਕਟ੍ਰਿਕਸ ਦੀ ਦੂਰੀ ਕੀ ਹੈ? ਇਹ ਅਨੁਪਾਤ ਇੱਕ ਯੂਨੀਕ ਥਿੰਗ ਬਣਾਉਂਦਾ ਹੈ। ਇਸ ਅਨੁਪਾਤ ਦੇ ਬੇਸ ਤੇ ਕਰਵ ਦੇ ਪੁਆਇੰਟ ਵੱਲ ਫੋਕਸ ਕਰਦਾ ਹੈ, ਅਤੇ ਕਰਵ ਦਾ ਪੁਆਇੰਟ ਡਾਇਰੈਕਟ੍ਰਿਕਸ ਹੋਰੀਜ਼ੋਨਟਲ ਥਿੰਗ ਨੂੰ ਬਣਾਉਂਦਾ ਹੈ। ਜੇਕਰ ਇਹ ਇੱਕ ਖਾਸ ਯੂਨਿਟ ਉਦਾਹਰਨ ਲਈ 1 ਤੋਂ ਘੱਟ ਬਣਾਉਂਦਾ ਹੈ, ਤਾਂ ਸਾਨੂੰ ਇੱਕ ਕਾਇੰਡ ਦੀ ਕਰਵ ਮਿਲਦੀ ਹੈ। ਜੇ ਇਹ 1 ਦੇ ਇਕੁਅਲ ਹੈ ਤਾਂ ਸਾਨੂੰ ਇੱਕ ਕਾਇੰਡ ਦੀ ਕਰਵ ਮਿਲਦੀ ਹੈ। ਜੇਕਰ ਇਹ 1 ਤੋਂ ਵੱਧ ਹੈ ਤਾਂ ਸਾਨੂੰ ਇੱਕ ਹੋਰ ਕਾਇੰਡ ਦੀ ਕਰਵ ਮਿਲਦੀ ਹੈ। ਅਤੇ ਉਹ ਅਨੁਪਾਤ ਜਿਸ ਨੂੰ ਅਸੀਂ ਜਿਓਮੈਟ੍ਰਿਕ ਵਿੱਚ ਐਕਸੈਂਟ੍ਰਿਸਿਟੀ ਕਹਿੰਦੇ ਹਾਂ। ਇਸ ਲਈ ਐਕਸੈਂਟ੍ਰਿਸਿਟੀ ਨੂੰ ਪਰਿਭਾਸ਼ਿਤ ਕੀਤਾ ਗਿਆ ਹੈ, ਉਸ ਫੋਕਸ ਤੋਂ ਉਸ ਪੁਆਇੰਟ ਦੀ ਦੂਰੀ। ਉਦਾਹਰਨ ਲਈ ਜੇਕਰ ਇਹ ਇਲਿਪਸ ਹੈ, ਇਸ ਪੁਆਇੰਟ ਤੋਂ ਉਸ ਪੁਆਇੰਟ ਤੱਕ, ਜੇਕਰ ਇਹ ਇਸ ਪੁਆਇੰਟ ਤੋਂ ਉਸ ਪੁਆਇੰਟ ਤੱਕ ਇੱਕ ਪੈਰਾਬੋਲਾ ਹੈ, ਤਾਂ ਉਸ ਪੁਆਇੰਟ ਲਈ ਡਾਇਰੈਕਟ੍ਰਿਕਸ ਤੋਂ ਦੂਰੀ ਦੁਆਰਾ ਫੋਕਸ ਕਰਨ ਲਈ ਉਸ ਪੁਆਇੰਟ ਦੀ ਦੂਰੀ। ਇਸ ਲਈ ਜੇਕਰ ਇਹ ਡਾਇਰੈਕਟ੍ਰਿਕਸ ਵਰਟੀਕਲ ਲਾਈਨ ਹੈ, ਤਾਂ ਉਸ ਤੋਂ ਉਸ ਖਾਸ ਪੁਆਇੰਟ ਤੱਕ ਜਿਸ ਨੂੰ ਅਸੀਂ ਇਹ ਡਿਨੋਮੀਨੇਟਰ ਕਹਿ ਰਹੇ ਹਾਂ, ਇਹ ਇੱਕ ਯੂਨੀਕ ਅਨੁਪਾਤ ਬਣਾਉਂਦਾ ਹੈ। ਇਸ ਲਈ ਐਕਸੈਂਟ੍ਰਿਸਿਟੀ ਫੋਕਸ ਡਾਇਰੈਕਟ੍ਰਿਕਸ ਮੈਥਡ ਦੀ ਵਰਤੋਂ ਕਰਦੇ ਹੋਏ ਇੱਕ ਇਲਿਪਸ ਜਾਂ ਪੈਰਾਬੋਲਾ ਜਾਂ ਹਾਈਪਰਬੋਲਾ ਕੰਸਟਰਕਟ ਕਰਨ ਲਈ ਇਹ ਐਕਸੈਂਟ੍ਰਿਸਿਟੀ ਅਤੇ ਡਾਇਰੈਕਟ੍ਰਿਕਸ ਮੁੱਖ ਥਿੰਗ ਹਨ। ਜੇ ਐਕਸੈਂਟ੍ਰਿਸਿਟੀ 1 ਤੋਂ ਘੱਟ ਹੈ, ਸਾਨੂੰ ਇੱਕ ਇਲਿਪਸ ਮਿਲਦਾ ਹੈ। ਜੇ ਇਹ 1 ਦੇ ਇਕੁਅਲ ਹੈ, ਤਾਂ ਸਾਨੂੰ ਇੱਕ ਪੈਰਾਬੋਲਾ ਮਿਲਦਾ ਹੈ। ਇਸ ਦਾ ਮਤਲਬ ਹੈ ਕਿ ਇਸ ਪੈਰਾਬੋਲਾ ਤੇ ਫੋਕਸ ਤੋਂ ਪੁਆਇੰਟ ਤੱਕ ਅਤੇ ਇਸ ਪੁਆਇੰਟ ਤੋਂ ਇਸ ਡਾਇਰੈਕਟ੍ਰਿਕਸ ਤੱਕ ਦੀ ਦੂਰੀ ਉਹ 1 ਤੇ ਇਕੁਅਲ ਹੈ। ਕਿਉਂਕਿ ਅਨੁਪਾਤ 1 ਹੈ, ਇਸ ਕਾਇੰਡ ਦੀ ਕਰਵ ਜਿਸ ਨੂੰ ਅਸੀਂ ਪੈਰਾਬੋਲਾ ਕਹਿੰਦੇ ਹਾਂ, ਜੇਕਰ ਉਹ ਐਕਸੈਂਟ੍ਰਿਸਿਟੀ 1 ਤੋਂ ਵੱਧ ਹੈ, ਤਾਂ ਸਾਨੂੰ ਇੱਕ ਹਾਈਪਰਬੋਲਾ ਮਿਲਦਾ ਹੈ।
ਸਭ ਤੋਂ ਪਹਿਲਾਂ ਆਓ ਇਸ ਫੋਕਸ ਡਾਇਰੈਕਟ੍ਰਿਕਸ ਮੈਥਡ ਤੇ ਫੋਕਸ ਕਰੀਏ। ਇਸ ਕੇਸ ਵਿੱਚ ਡਾਇਰੈਕਟ੍ਰਿਕਸ ਤੋਂ ਫੋਕਸ ਦੀ ਦੂਰੀ ਦਿੱਤੀ ਜਾਵੇਗੀ। ਡਾਇਰੈਕਟ੍ਰਿਕਸ ਤੋਂ ਫੋਕਸ ਦੀ ਦੂਰੀ। ਅਸੀਂ ਦੇਖਿਆ ਹੈ ਕਿ ਇਹ ਡਾਇਰੈਕਟ੍ਰਿਕਸ ਹੈ ਅਤੇ ਸ਼ਾਇਦ ਇੱਥੋਂ A। ਜੇਕਰ ਕੋਈ ਆਰਬਿਟਰੇਰੀ ਕਰਵ ਇਸ ਪੁਆਇੰਟ ਤੋਂ ਲੰਘ ਰਿਹਾ ਹੈ ਤਾਂ ਦੂਰੀ ਕੀ ਹੈ? ਇਹ ਦੂਰੀ ਦਿੱਤੀ ਗਈ ਹੈ। ਮੈਨੂੰ ਅਫਸੋਸ ਹੈ, ਇਹ ਕਰਵ ਤੇ ਪੁਆਇੰਟ ਨਹੀਂ ਹੈ, ਪਰ ਇਹ ਫੋਕਸ ਤੋਂ ਹੈ। ਇਸ ਲਈ ਇੱਕ ਡਾਇਰੈਕਟ੍ਰਿਕਸ ਅਤੇ ਸ਼ਾਇਦ ਇੱਕ ਆਰਬਿਟਰੇਰੀ ਕਰਵ ਇਸ ਦਾ ਫੋਕਸ ਹੈ। ਇਸ ਲਈ ਡਾਇਰੈਕਟ੍ਰਿਕਸ ਤੋਂ ਦੂਰੀ ਫੋਕਸ ਨੂੰ ਦਿੱਤੀ ਜਾਵੇਗੀ। ਅਤੇ ਕਿਸ ਕਾਇੰਡ ਦੀ ਐਕਸੈਂਟ੍ਰਿਸਿਟੀ ਦਿੱਤੀ ਜਾਵੇਗੀ, ਭਾਵੇਂ ਇਹ 1 ਤੋਂ ਘੱਟ ਹੈ, 1 ਤੋਂ ਵੱਧ ਹੈ। ਜੇਕਰ ਅਜਿਹਾ ਹੈ ਤਾਂ ਇਸ ਆਰਬਿਟਰੇਰੀ ਕਰਵ ਨੂੰ ਕੰਸਟਰਕਟ ਕਰੋ। ਉਦਾਹਰਨ ਲਈ ਇੱਥੇ ਇਲਿਪਸ ਵਿੱਚ ਐਕਸੈਂਟ੍ਰਿਸਿਟੀ 0.75 ਹੈ। 1 ਤੋਂ ਘੱਟ ਕੋਈ ਵੀ ਐਕਸੈਂਟ੍ਰਿਸਿਟੀ ਹੈ, ਅਸੀਂ ਇਹ ਇਲਿਪਸ ਪ੍ਰਾਪਤ ਕਰਾਂਗੇ। ਅਤੇ ਡਾਇਰੈਕਟ੍ਰਿਕਸ ਤੋਂ ਫੋਕਸ ਦੀ ਦੂਰੀ 70 ਮਿਲੀਮੀਟਰ ਹੈ। ਜੇਕਰ ਅਜਿਹਾ ਕੇਸ ਹੈ, ਤਾਂ ਇਲਿਪਸ ਕੰਸਟਰਕਟ ਕਰੋ। ਇਸ ਲਈ ਇਸ ਡਾਇਰੈਕਟ੍ਰਿਕਸ ਫੋਕਸ ਮੈਥਡ ਦੀ ਵਰਤੋਂ ਕਰਦੇ ਹੋਏ ਸਭ ਤੋਂ ਪਹਿਲਾਂ ਅਸੀਂ ਇਸ ਡਾਇਰੈਕਟ੍ਰਿਕਸ ਦੀ ਡਰਾਇੰਗ ਕਰਾਂਗੇ। ਫਿਰ ਅਸੀਂ ਡਾਇਰੈਕਟ੍ਰਿਕਸ ਤੋਂ ਉਸ ਫੋਕਲ ਪੁਆਇੰਟ ਤੱਕ ਇਹ ਲਾਈਨ ਸੀ ਵਰਗਾ ਕੁਝ ਕੰਸਟਰਕਟ ਕਰਨ ਜਾਵਾਂਗੇ। ਅਸੀਂ ਇਸ ਨੂੰ 70 ਮਿਲੀਮੀਟਰ ਦੀ ਤਰ੍ਹਾਂ ਲੋਕੇਟ ਕਰਾਂਗੇ। ਜਿਓਮੈਟ੍ਰਿਕ ਕੰਸਟਰਕਸ਼ਨ ਕਰੋ। ਫਿਰ ਟੈਂਜੈਂਟ ਲਾਈਨ ਅਤੇ ਵਰਟੀਕਲ ਲਾਈਨ ਹੋਰੀਜ਼ੋਨਟਲ ਲਾਈਨ ਡਰਾ ਕਰੋ। ਇੰਟਰਸੈਕਟਿੰਗ ਪੁਆਇੰਟ ਕੰਸਟਰਕਟ ਕਰੋ। ਫਿਰ ਇਸ ਗੈਪ ਨੂੰ ਇਲਿਪਸ ਵਾਂਗ ਭਰਨ ਲਈ ਆਪਣੀ ਪ੍ਰਕਿਰਿਆ ਦਾ ਪਾਲਣ ਕਰੋ। ਅਸੀਂ ਇਹ ਸਟੈਪ ਬਾਏ ਸਟੈਪ ਦੇਖਾਂਗੇ। ਉਹਨਾਂ ਸਟੈਪ ਦੀ ਪਾਲਣਾ ਕੀਤੀ ਜਾਣੀ ਹੈ। ਇਸ ਲਈ ਰਾਈਟ ਹੈਂਡ ਸਾਈਡ ਤੇ ਮੈਂ ਪੂਰੀ ਪਿਕਚਰ ਦਿਖਾ ਰਿਹਾ ਹਾਂ, ਸਿਰਫ ਉਹਨਾਂ ਪੁਆਇੰਟ ਨੂੰ ਇੰਡੀਕੇਟ ਕਰਨ ਲਈ ਜੋ ਸਾਨੂੰ ਪਾਲਣਾ ਕਰਨੀ ਹੈ। ਲੈਫਟ ਹੈਂਡ ਸਾਈਡ ਤੇ ਅਸੀਂ ਸਟੈਪ ਦਿਖਾਵਾਂਗੇ। ਪਹਿਲਾ ਇੱਕ ਡਾਇਰੈਕਟ੍ਰਿਕਸ AB ਡਰਾ ਕਰੋ। ਇਸ ਲਈ ਇਸ ਦਾ ਮਤਲਬ ਸਭ ਤੋਂ ਪਹਿਲਾਂ ਇਹ ਵਰਟੀਕਲ ਲਾਈਨ ਜੋ ਅਸੀਂ ਡਰਾ ਕਰਨ ਜਾ ਰਹੇ ਹਾਂ, ਇਸ ਨੂੰ A ਅਤੇ B ਦਾ ਨਾਮ ਦਿਓ। ਅਤੇ ਐਕਸਿਸ CC ਵੀ ਤਾਂ ਕਿਤੇ ਪੁਆਇੰਟ C ਤੇ ਇਹ ਲਾਈਨ ਡਰਾ ਕਰੋ। ਇਸ ਦਾ ਨਾਮ CC ਰੱਖੋ। ਇੱਕ ਵਾਰ ਇਹ ਹੋ ਜਾਣ ਤੇ CC ਤੇ ਇੱਕ ਪੁਆਇੰਟ F ਨੂੰ ਮਾਰਕ ਕਰੋ, ਜੇ ਅਸੀਂ ਪਹਿਲਾਂ ਹੀ AB ਅਤੇ CC ਕੰਸਟਰਕਟ ਕਰ ਚੁੱਕੇ ਹਾਂ। ਇਸ ਲਈ ਫੋਕਸ F ਨੂੰ ਲੋਕੇਟ ਕਰੋ। ਫਿਰ ਵੀ ਅਸੀਂ ਪੇਪਰ ਤੇ ਅਸੀਂ ਇਹ ਪੁਆਇੰਟ F ਕੰਸਟਰਕਟ ਕਰਾਂਗੇ। ਇਸ ਲਈ ਇਸ ਦਾ ਨਾਮ F ਰੱਖੋ, ਜੋ ਕਿ 70 ਮਿਲੀਮੀਟਰ ਤੇ ਹੋਵੇਗਾ। ਇੱਕ ਵਾਰ ਇਹ ਹੋ ਜਾਣ ਤੇ ਡਿਵਾਈਡ CF। ਇਸ ਲਈ C ਪੁਆਇੰਟ ਨੂੰ ਅਸੀਂ ਪਹਿਲਾਂ ਹੀ ਜਾਣਦੇ ਹਾਂ ਅਤੇ F ਪੁਆਇੰਟ ਨੂੰ ਵੀ ਅਸੀਂ ਜਾਣਦੇ ਹਾਂ। C ਤੋਂ F ਦੂਰੀ ਨੂੰ 3+4 ਨਾਲ ਡਿਵਾਈਡ ਕਰੋ। 7 ਇਕੁਅਲ ਪਾਸ ਹਨ। 3+4 ਐਕਸੈਂਟ੍ਰਿਸਿਟੀ ਦੇ ਕਾਰਨ ਆਉਂਦਾ ਹੈ। ਇਸ ਲਈ ਕਰਵ ਤੇ ਕਿਸੇ ਵੀ ਪੁਆਇੰਟ ਵੱਲ ਫੋਕਲ ਪੁਆਇੰਟ, ਕਿਉਂਕਿ ਜੇਕਰ ਇਹ ਕਰਵ ਇਸ ਪੁਆਇੰਟ ਤੋਂ ਲੰਘਦੀ ਹੈ ਤਾਂ B ਇੱਥੇ ਕਿਤੇ ਹੈ। ਫੋਕਲ ਪੁਆਇੰਟ V ਤੋਂ F 3 ਯੂਨਿਟ ਹੋਣਗੇ ਅਤੇ C ਤੋਂ ਵੀ 7 ਯੂਨਿਟ ਜਾਂ 4 ਯੂਨਿਟ ਹੋਣਗੇ। ਇਸ ਲਈ ਟੋਟਲ ਡਿਸਟੈਂਸ C ਤੋਂ F 7 ਪਾਰਟ ਵਿੱਚ ਹੋਵੇਗੀ। ਇਸ ਲਈ 3/4 ਯੂਨਿਟਸ ਅਸੀਂ ਬਣਾਉਣ ਜਾ ਰਹੇ ਹਾਂ। ਇਸ ਲਈ ਐਕਸਿਸ CF ਨੂੰ 7 ਇਕੁਅਲ ਪਾਰਟ ਵਿੱਚ ਡਿਵਾਈਡ ਕਰੋ। 7 ਪਾਰਟ ਅਸੀਂ ਡਿਵਾਈਡ ਕਰਨੇ ਹਨ। ਅਤੇ ਇੱਕ ਵਾਰ ਜਦੋਂ ਅਸੀਂ ਇਸ ਨੂੰ 7 ਪਾਰਟ ਵਿੱਚ ਡਿਵਾਈਡ ਕਰਦੇ ਹਾਂ, ਤਾਂ ਸੈਂਟਰ C ਤੋਂ ਚੌਥੀ ਡਿਵੀਜ਼ਨ ਤੇ V ਨੂੰ ਮਾਰਕ ਕਰੋ। ਇਸ ਤਰ੍ਹਾਂ ਵੀ 4 ਯੂਨਿਟ ਡਿਸਟੈਂਸ ਹੋਵੇਗੀ, ਤਾਂ ਕਿ ਐਕਸੈਂਟ੍ਰਿਸਿਟੀ 3/4 ਹੋਵੇਗੀ। ਇਸ ਤੋਂ ਬਾਅਦ
V ਤੇ ਪਰਪੈਂਡੀਕਿਊਲਰ VBVF ਦੇ ਇਕੁਅਲ ਡਰਾ ਕਰੋ। ਇਸ ਲਈ ਅਸੀਂ ਪਹਿਲਾਂ ਹੀ ਕਰਵ ਤੇ ਪੁਆਇੰਟ ਵੀ ਲੋਕੇਟ ਹੈ। ਇਸ ਲਈ ਉੱਥੇ ਆਪਣੇ ਮਿਨੀ ਡਰਾਫਟਰ ਦੀ ਵਰਤੋਂ ਕਰਕੇ ਇੱਕ ਪਰਪੈਂਡੀਕਿਊਲਰ ਲਾਈਨ ਡਰਾ ਕਰੋ। ਇਹ ਇੱਕ ਹੈ। ਇਸ ਲਈ ਇਹ ਪੁਆਇੰਟ ਵੀ ਹੈ। ਕਿਤੇ ਪੁਆਇੰਟ B ਹੈ। ਜਿਵੇਂ ਕਿ VBVF ਦੇ ਇਕੁਅਲ ਹੈ ਤਾਂ ਵੀ ਅਸੀਂ ਜਾਣਦੇ ਹਾਂ। F ਅਸੀਂ ਜਾਣਦੇ ਹਾਂ। ਉਸ ਪਰਪੈਂਡੀਕਿਊਲਰ ਲਾਈਨ ਤੇ ਇਹ ਦੂਰੀ ਵੀ F ਕੀ ਹੈ। ਇਕੁਅਲ ਦੂਰੀ ਇਸ ਨੂੰ ਮੂਵ ਕਰੋ। ਇਸ ਨੂੰ B ਦਾ ਨਾਂ ਦਿਓ। ਫਿਰ ਜੁਆਇਨ ਕਰੋ B ਪੁਆਇੰਟ ਨੂੰ C ਪੁਆਇੰਟ ਤੱਕ। ਸਾਰੇ ਤਰੀਕੇ ਨਾਲ। ਇਸ ਲਈ ਇੱਕ ਵਾਰ ਜਦੋਂ ਅਸੀਂ ਉਸ ਪੁਆਇੰਟ ਨੂੰ ਲੋਕੇਟ ਕਰ ਲੈਂਦੇ ਹਾਂ, ਜੁਆਇਨ ਕਰੋ। ਸਾਡੇ ਕੋਲ ਪਹਿਲਾਂ ਹੀ ਇਹ F ਪੁਆਇੰਟ ਫੋਕਸ ਹੈ। 45 ਡਿਗਰੀ ਤੇ ਇੱਕ ਲਾਈਨ ਡਰਾ ਕਰੋ। ਇਸ ਲਈ F ਪੁਆਇੰਟ ਦੁਆਰਾ CB ਨੂੰ ਮਿਲਣ ਲਈ 45 ਡਿਗਰੀ ਤੇ ਇੱਕ ਲਾਈਨ ਡਰਾ ਕਰੋ। ਇਸ ਲਈ ਅਸੀਂ ਪਹਿਲਾਂ ਹੀ C ਪੁਆਇੰਟ ਅਤੇ B ਪੁਆਇੰਟ ਨੋਟ ਕਰ ਲਿਆ ਹੈ। ਇਸ ਨੂੰ ਅਸੀਂ ਵਧਾਇਆ ਹੈ। ਫਿਰ F ਇਹ 45 ਡਿਗਰੀ ਲਾਈਨ ਤੋਂ ਸਾਨੂੰ ਟੈਂਜੈਂਟ ਨਾਲ ਮਿਲਣ ਲਈ ਇਸ ਨੂੰ ਕੰਸਟਰਕਟ ਕਰਨਾ ਪੈਂਦਾ ਹੈ। ਹੇਠਾਂ ਵੱਲ ਵਧਣਾ ਪੈਂਦਾ ਹੈ। ਇਸ ਲਈ ਇਹ ਐਂਗਲ 45 ਡਿਗਰੀ ਹੈ। ਤਾਂ ਸਾਡੇ ਕੋਲ ਇੱਕ ਇੰਟਰਸੈਕਸ਼ਨ ਪੁਆਇੰਟ ਹੋਵੇ। ਆਓ ਅਸੀਂ ਉਸ ਪੁਆਇੰਟ ਨੂੰ D ਕਹਿ ਸਕੀਏ। D ਇੱਕ ਵਾਰ ਜਦੋਂ ਅਸੀਂ ਪਛਾਣ ਲਿਆ D ਦੁਆਰਾ ਪਰਪੈਂਡੀਕਿਊਲਰ ਲਾਈਨ ਡਰਾ ਕਰੋ C ਉੱਤੇ DV। ਇਸ ਲਈ ਇਹ ਇੰਟਰਸੈਕਸ਼ਨ ਪੁਆਇੰਟ ਹੈ। ਇਸ ਲਈ ਆਪਣੇ ਮਿਨੀ ਡਰਾਫਟਰ ਦੀ ਵਰਤੋਂ ਕਰੋ। ਇੱਕ ਵਰਟੀਕਲ ਲਾਈਨ ਪਰਪੈਂਡੀਕਿਊਲਰ D ਕੰਸਟਰਕਟ ਕਰੋ। ਇਸ ਨੂੰ V ਦਾ ਨਾਮ ਦਿਓ। ਇੱਕ ਸਾਈਡ ਸਾਡੇ ਕੋਲ ਵੀ ਹੈ। ਦੂਜੇ ਸਾਈਡ ਸਾਡੇ ਕੋਲ ਵੀ ਹੈ। ਇਸ ਲਈ CC ਤੇ DV CC ਇਹ ਲਾਈਨ ਹੈ। DV ਲਾਈਨ ਇਹ ਹੈ। ਇਸ ਲਈ ਅਸੀਂ V ਦੀ ਪਛਾਣ ਕੀਤੀ ਹੈ। ਹੁਣ ਸਾਨੂੰ VV ਦੇ ਮਿਡਪੁਆਇੰਟ ਤੇ O ਨੂੰ ਮਾਰਕ ਕਰਨਾ ਹੋਵੇਗਾ। ਇਸ ਲਈ ਵੀ ਇੱਕ ਐਕਸਟ੍ਰੀਮ ਐਂਡ ਹੈ। ਇਸ ਐਲਿਪਸ ਦਾ ਦੂਜਾ ਐਕਸਟ੍ਰੀਮ VV ਹੈ। ਅਸੀਂ ਜਾਣਦੇ ਹਾਂ ਪਰਪੈਂਡੀਕਿਊਲਰ ਬਾਇਸੈਕਟਰ ਨੂੰ ਕਿਵੇਂ ਡਰਾ ਕਰਨਾ ਹੈ। ਇਸ ਲਈ VV ਦੀ ਵਰਤੋਂ ਕਰਦੇ ਹੋਏ ਆਰਕ ਦੀ ਵਰਤੋਂ ਕਰੋ, ਕੰਸਟਰਕਟ ਕਰੋ ਅਤੇ ਫਿਰ ਇਸ ਨੂੰ ਡਰੋਪ ਕਰੋ। ਤਾਂ ਪਰਪੈਂਡੀਕਿਊਲਰ ਬਾਇਸੈਕਟਰ O ਅਸੀਂ ਜਾਣਨ ਲਈ ਪੋਰਸ਼ਨ ਵਿੱਚ ਹੋਵਾਂਗੇ। ਫਿਰ VB ਤੇ ਕੁਝ ਪੁਆਇੰਟ 1, 2, 3 ਨੂੰ ਮਾਰਕ ਕਰੋ। ਇਸ ਲਈ ਇਹ ਵੱਖ-ਵੱਖ ਕਾਇੰਡ ਦੀ ਲੈਂਥ ਤੇ ਹੋ ਸਕਦੇ ਹਨ। ਅਸੀਂ ਪਹਿਲਾਂ ਹੀ ਇਸ CV ਅਤੇ VF ਲਈ ਡਿਵੀਜ਼ਨ ਕੀਤੀ ਹੈ। ਇਸ ਲਈ ਪਹਿਲਾਂ ਹੀ ਅਸੀਂ ਕੁਝ ਡਿਵੀਜ਼ਨ ਕਰ ਚੁੱਕੇ ਹਾਂ ਜਿਵੇਂ ਕਿ CV ਅਤੇ VF। ਇਸ ਲਈ 1, 2, 3 ਪੁਆਇੰਟ ਅਸੀਂ ਪਹਿਲਾਂ ਹੀ ਜਾਣਦੇ ਹਾਂ। ਸਿਮਿਲਰਲੀ ਉਸ VB ਲਾਈਨ ਤੇ ਕੁਝ ਹੋਰ ਪੁਆਇੰਟ ਲੋਕੇਟ ਕਰੋ। ਕਿਤੇ ਇੱਥੇ 4, ਕਿਤੇ ਇੱਥੇ 5, ਕਿਤੇ ਇੱਥੇ 6 ਅਤੇ 7। ਤਾਂ ਇਹ ਆਰਬਿਟਰੇਰੀ ਪੁਆਇੰਟ ਹਨ। ਇੱਕ ਵਾਰ ਜਦੋਂ ਅਸੀਂ ਇਹ ਜਾਣ ਲੈਂਦੇ ਹਾਂ ਕਿ ਅਸੀਂ ਕੀ ਕਰ ਸਕਦੇ ਹਾਂ, ਉਹਨਾਂ ਦੀ ਮੀਟਿੰਗ CD ਦੁਆਰਾ ਪਰਪੈਂਡੀਕਿਊਲਰ ਡਰਾ ਕਰੋ। ਇਸ ਲਈ CD ਲਾਈਨ ਅਸੀਂ ਪਹਿਲਾਂ ਹੀ ਜਾਣਦੇ ਹਾਂ ਕਿ ਇਹ C ਲਾਈਨ ਅਤੇ C ਪੁਆਇੰਟ ਅਤੇ D ਪੁਆਇੰਟ ਹੈ। ਅਸੀਂ ਪਹਿਲਾਂ ਹੀ CD ਲਾਈਨ ਜਾਣਦੇ ਹਾਂ। ਇਸ ਲਈ ਇਸ 1 ਪੁਆਇੰਟ, 2 ਪੁਆਇੰਟ, 3 ਪੁਆਇੰਟ, 4, 5, 6 ਅਤੇ ਇਸ ਤਰ੍ਹਾਂ ਦੇ ਰਾਹੀਂ ਪਰਪੈਂਡੀਕਿਊਲਰ ਡਰਾ ਕਰੋ। ਤਾਂ ਜੋ ਉਹ ਇੱਕ ਦੂਜੇ ਪਹਿਲੇ 1, 2, 3 ਅਤੇ ਇਸ ਤਰ੍ਹਾਂ 6 ਉੱਤੇ ਕਰਵ ਨੂੰ ਇੰਟਰਸੈਕਟ ਕਰਨਗੇ। ਸਿਮਿਲਰਲੀ O ਦੁਆਰਾ ਵੀ ਇੱਕ ਪਰਪੈਂਡੀਕਿਊਲਰ ਲਾਈਨ ਡਰਾ ਕਰੋ ਤਾਂ ਜੋ ਮੈਂ O ਨੂੰ ਜਾਣ ਸਕਾਂ। ਹੁਣ ਸੈਂਟਰ ਦੇ ਰੂਪ ਵਿੱਚ F ਦੇ ਨਾਲ। ਇਸ ਲਈ ਵੇਖੋ। ਇਸ ਲਈ F ਸੈਂਟਰ ਵਜੋਂ
ਅਤੇ ਰੇਡੀਅਸ ਵਿੱਚ 2 2, ਇਸ ਲਈ F ਸੈਂਟਰ ਵਜੋਂ ਅਤੇ F ਸੈਂਟਰ ਵਜੋਂ ਅਤੇ ਇੱਕ ਰੇਡੀਅਸ 1 1 ਦੇ ਨਾਲ ਆਉਂਦਾ ਹੈ, ਇਸ ਲਈ F ਪੁਆਇੰਟ ਅਸੀਂ ਪਹਿਲਾਂ ਹੀ ਜਾਣਦੇ ਹਾਂ। ਪਹਿਲਾਂ ਹੀ ਇਸ ਪਰਪੈਂਡੀਕਿਊਲਰ ਤੋਂ ਜਿੱਥੇ ਇਹ ਇੱਕ ਦੂਜੇ ਨੂੰ ਇੰਟਰਸੈਕਟ ਕਰਦਾ ਹੈ CD, ਇਹ ਇੱਕ ਪੁਆਇੰਟ ਹੈ। ਅਤੇ ਇਹ 1 ਹੈ। ਇਸ ਲਈ 1 ਤੋਂ 1 ਜੋ ਵੀ ਰੇਡੀਅਸ ਉਸ ਲੈਂਥ ਨੂੰ F ਤੋਂ ਚੁਣਦਾ ਹੈ, ਸੈਂਟਰ ਵਜੋਂ ਪਰਪੈਂਡੀਕਿਊਲਰ ਤੇ 2 ਆਰਕ ਨੂੰ ਕੱਟ ਕਰਦਾ ਹੈ, ਇਸ ਲਈ ਪਰਪੈਂਡੀਕਿਊਲਰ ਲਾਈਨ ਅਸੀਂ 1 ਤੇ ਪਹਿਲਾਂ ਹੀ ਜਾਣਦੇ ਹਾਂ। ਇਸ ਲਈ ਪੁਆਇੰਟ P1 ਨੂੰ ਲੋਕੇਟ ਕਰਨ ਲਈ ਇਸ F ਸੈਂਟਰ ਤੋਂ ਇੱਕ ਆਰਕ ਬਣਾਓ। ਕਿਤੇ ਇੱਥੇ ਅਤੇ ਕਿਤੇ ਇੱਥੇ। ਇਸ ਲਈ ਸੈਂਟਰ ਦੇ ਤੌਰ ਤੇ F ਦੀ ਵਰਤੋਂ ਕਰੋ ਜੋ ਵੀ ਦੂਰੀ 1 1 ਹੈ। ਇਸ ਨੂੰ ਕੱਟੋ ਤਾਂ ਕਿ ਜਿੱਥੇ ਇਹ ਪਰਪੈਂਡੀਕਿਊਲਰ ਲਾਈਨ ਨੂੰ ਇੰਟਰਸੈਕਟ ਕਰਨ ਜਾ ਰਹੀ ਹੈ, ਉਸ ਨੂੰ P1 ਪੁਆਇੰਟ ਦੇ ਰੂਪ ਵਿੱਚ ਮਾਰਕ ਕਰੋ। ਸਿਮਿਲਰਲੀ ਦੂਜੇ ਪੁਆਇੰਟ ਨੂੰ P1 ਵਜੋਂ ਮਾਰਕ ਕਰੋ। ਇੱਕ ਵਾਰ ਜਦੋਂ ਅਸੀਂ ਜਾਣਦੇ ਹਾਂ ਕਿ ਇਹ ਪੁਆਇੰਟ 1 ਅਤੇ P1 ਹਨ ਜਿਨ੍ਹਾਂ ਵਿੱਚੋਂ ਇਲਿਪਸ ਪਹਿਲਾਂ ਹੀ ਲੰਘ ਰਿਹਾ ਹੈ, ਅਸੀਂ ਪੁਆਇੰਟ ਨੂੰ ਪਹਿਲਾਂ ਹੀ ਫੋਕਸ F P1 P ਜਾਣਦੇ ਹਾਂ, ਉਸ ਕਰਵ ਨੂੰ ਜੋੜਦੇ ਹਾਂ ਤਾਂ ਜੋ ਇੱਕ ਇਲਿਪਸ ਇਸ ਨੂੰ ਕੰਸਟਰਕਟ ਕਰਨਾ ਸ਼ੁਰੂ ਕਰ ਦੇਵੇ। ਸਿਮਿਲਰਲੀ, ਅਸੀਂ F ਸੈਂਟਰ ਅਤੇ ਰੇਡੀਅਸ 2 2 ਦੇ ਨਾਲ ਕੀ ਕਰ ਸਕਦੇ ਹਾਂ? ਇਸ ਲਈ ਜਦੋਂ ਅਸੀਂ F ਤੋਂ ਦੂਰੀ ਤੱਕ ਕੰਸਟਰਕਟ ਕਰਦੇ ਹਾਂ, ਆਰਕ ਕੱਟ ਕਰਦੇ ਹਾਂ ਤਾਂ ਕਿ P ਤੋਂ ਪੁਆਇੰਟ P ਤੋਂ ਆਰਕ ਕੰਸਟਰਕਟ ਕਰਨ ਲਈ ਇੱਕ ਪੋਰਸ਼ਨ ਵਿੱਚ ਹੋਵੇਗਾ। ਸਿਮਿਲਰਲੀ F ਤੋਂ 3 3 ਇੱਕ ਆਰਕ ਬਣਾਓ। ਇਸ ਲਈ ਇਹ ਇਹਨਾਂ ਪਰਪੈਂਡੀਕਿਊਲਰ ਲਾਈਨ ਨੂੰ ਇੰਟਰਸੈਕਟ ਕਰਨ ਜਾ ਰਿਹਾ ਹੈ ਅਤੇ ਉੱਥੋਂ ਅਸੀਂ ਇਹ ਪਤਾ ਲਗਾਉਣ ਦੀ ਪੋਜੀਸ਼ਨ ਵਿੱਚ ਹੋਵਾਂਗੇ ਕਿ ਇਹ ਇਲਿਪਸ ਕਿਵੇਂ ਅੱਗੇ ਵਧਣ ਜਾ ਰਿਹਾ ਹੈ। ਇਸ ਲਈ ਇੱਕ ਵਾਰ ਜਦੋਂ ਅਸੀਂ ਇਸ ਪੂਰੀ ਪ੍ਰਕਿਰਿਆ ਨੂੰ ਪੂਰਾ ਕਰ ਲੈਂਦੇ ਹਾਂ, ਇਹ ਸਮੂਥ ਕਰਵ ਇਸ ਵੀ ਪੁਆਇੰਟ P1 P2 P4 ਅਤੇ ਇਸ ਤਰ੍ਹਾਂ ਦੇ ਵਿੱਚੋਂ ਲੰਘਦੇ ਹੋਏ ਅਸੀਂ ਇੱਕ ਇਲਿਪਸ ਕੰਸਟਰਕਟ ਕਰਨ ਲਈ ਇੱਕ ਪੋਰਸ਼ਨ ਵਿੱਚ ਹੋਵਾਂਗੇ। ਅਜਿਹਾ ਕਰਨ ਤੋਂ ਬਾਅਦ ਅਸੀਂ ਇਸ ਇਲਿਪਸ ਦੇ ਨਾਲ ਐਂਡ ਅਪ ਕਰਾਂਗੇ। ਜੇ ਕੋਈ ਟੈਂਜੈਂਟ ਨੋਰਮਲ ਕੰਸਟਰਕਟ ਕਰਨ ਵਿੱਚ ਦਿਲਚਸਪੀ ਰੱਖਦਾ ਤਾਂ ਅਸੀਂ ਅਗਲੀ ਕਲਾਸ ਵਿੱਚ ਦੇਖਾਂਗੇ ਇਸ ਨੋਰਮਲ ਅਤੇ ਟੈਂਜੈਂਟ ਨੂੰ ਕਿਵੇਂ ਕੰਸਟਰਕਟ ਕਰਨਾ ਹੈ। ਅਤੇ F ਕਿਉਂਕਿ ਇਲਿਪਸ ਨੂੰ ਹਮੇਸ਼ਾ ਫੋਕਸ ਕਰਨਾ ਪੈਂਦਾ ਹੈ V ਤੋਂ F ਦੀ ਦੂਰੀ ਅਤੇ V ਤੋਂ F 1 ਹੋਣਾ ਚਾਹੀਦਾ ਹੈ। ਇਸ ਦੇ ਬੇਸ ਤੇ F ਲੋਕੇਟ ਹੋਵੇਗਾ। ਆਓ ਅਸੀਂ ਆਪਣੀ ਡਰਾਇੰਗ ਸ਼ੀਟ ਤੇ ਇਹ ਸਟੈਪ ਬਾਏ ਸਟੈਪ ਕਰੀਏ। ਇਸ ਲਈ ਸਭ ਤੋਂ ਪਹਿਲਾਂ ਇੱਕ ਡਾਇਰੈਕਟ੍ਰਿਕਸ AB ਡਰਾ ਕਰੋ ਜਿਸ ਡਾਇਮੈਂਸ਼ਨ ਦਾ ਅਸੀਂ ਪਾਲਣ ਕਰਨ ਜਾ ਰਹੇ ਹਾਂ। ਇਸ C ਪੁਆਇੰਟ ਤੋਂ ਫੋਕਸ ਕਰਨਾ ਹੈ ਜਿਸ ਨੂੰ 70 ਮੰਨਿਆ ਜਾਂਦਾ ਹੈ ਅਤੇ ਐਕਸੈਂਟ੍ਰਿਸਿਟੀ ਅਨੁਪਾਤ 3/4 ਹੈ। ਤਾਂ ਆਓ ਇਸ ਨੂੰ ਨੋਟ ਕਰੀਏ। ਐਕਸੈਂਟ੍ਰਿਸਿਟੀ 3/4 ਹੈ ਅਤੇ ਫੋਕਸ ਲਈ ਡਾਇਰੈਕਟ੍ਰਿਕਸ ਤੋਂ 70 ਮਿਲੀਮੀਟਰ ਤੇ ਹੋਣਾ ਚਾਹੀਦਾ ਹੈ। ਇਸ ਲਈ ਸਭ ਤੋਂ ਪਹਿਲਾਂ ਇੱਕ ਡਾਇਰੈਕਟ੍ਰਿਕਸ ਲਾਈਨ ਡਰਾ ਕਰੋ। ਇੱਕ ਵਰਟੀਕਲ ਡਾਇਰੈਕਟ੍ਰਿਕਸ ਲਾਈਨ ਜਿਸ ਨੂੰ ਅਸੀਂ ਕੰਸਟਰਕਟ ਕਰਨ ਜਾ ਰਹੇ ਹਾਂ। ਆਓ ਇਸ ਨੂੰ AB ਡਾਇਰੈਕਟ੍ਰਿਕਸ A ਵਰਗਾ ਕੁਝ B ਦੇ ਰੂਪ ਵਿੱਚ ਨਾਮ ਦੇਈਏ। ਫਿਰ ਇਹ CC ਲਾਈਨ ਸਾਨੂੰ ਕੰਸਟਰਕਟ ਕਰਨੀ ਹੈ। ਆਓ ਇਸ ਦੇ ਲਈ CC ਦੀ ਵਰਤੋਂ ਕਰੀਏ। ਇਹ ਹੋਰੀਜ਼ੋਨਟਲ CC ਜੋ ਅਸੀਂ ਵਰਤਣ ਜਾ ਰਹੇ ਹਾਂ।
ਇਹ ਹੋਰੀਜ਼ੋਂਟਲ ਲਾਈਨ, ਇਸ ਨੂੰ C ਦਾ ਨਾਮ ਦਿਓ। ਕਿਤੇ ਇਹ ਜਾਂਦਾ ਹੈ C ਐਕਸਿਸ, ਇਸ ਲਈ ਇਹ ਇੱਥੇ C ਪੁਆਇੰਟ ਕਿਤੇ ਦਿਖਾਈ ਨਹੀਂ ਦੇ ਰਿਹਾ ਹੈ। ਇਸ ਲਈ ਪਹਿਲਾ ਪੁਆਇੰਟ ਡਾਇਰੈਕਟ੍ਰਿਕਸ AB ਅਤੇ CC ਡਰਾ ਕਰੋ। ਅਸੀਂ ਹੇਠਾਂ ਨੋਟ ਕੀਤਾ ਹੈ। ਫਿਰ CC ਤੇ F ਨੂੰ ਮਾਰਕ ਕਰੋ। ਦੂਜਾ ਸਟੈਪ ਇਹ ਹੈ, ਸਾਨੂੰ CC ਨੂੰ ਮਾਰਕ ਕਰਨਾ ਹੋਵੇਗਾ, ਜਿਵੇਂ ਕਿ CF 70 ਮਿਲੀਮੀਟਰ ਦੇ ਇਕੁਅਲ ਹੈ। C ਇਹ ਪੁਆਇੰਟ ਹੈ। F ਉਹ ਪੁਆਇੰਟ ਹੈ। ਇਸ ਲਈ ਸਾਨੂੰ ਆਪਣੀ ਡਰਾਇੰਗ ਸ਼ੀਟ ਤੇ ਉਸ 70 ਮਿਲੀਮੀਟਰ ਨੂੰ ਮਾਰਕ ਕਰਨਾ ਹੋਵੇਗਾ। ਇਸ ਲਈ ਇੱਥੇ 70 ਮਿਲੀਮੀਟਰ ਪੁਆਇੰਟ ਲੋਕੇਟ ਕਰੋ। ਤਾਂ ਇਹ ਫੋਕਸ ਪੁਆਇੰਟ ਹੈ। ਇਸ ਲਈ ਦੂਜਾ ਸਟੈਪ ਪੂਰਾ ਹੋਇਆ। ਇਸ ਲਈ CF 70 ਮਿਲੀਮੀਟਰ ਹੈ। ਹੁਣ CF ਨੂੰ 7 ਦੇ ਇਕੁਅਲ ਪਾਰਟ ਵਿੱਚ ਡਿਵਾਈਡ ਕਰੋ। ਕਿਉਂਕਿ 70 ਮਿਲੀਮੀਟਰ ਇਸ ਲਾਈਨ ਨੂੰ ਡਿਵਾਈਡ ਕਾਫੀ ਆਸਾਨ ਹੈ। ਜੇਕਰ ਇਹ 60 ਮਿਲੀਮੀਟਰ 68 ਮਿਲੀਮੀਟਰ ਵਰਗੀ ਕੋਈ ਫ੍ਰੈਕਸ਼ਨ ਹੈ, ਤਾਂ ਅਸੀਂ ਪਹਿਲਾਂ ਹੀ ਦੇਖਿਆ ਹੈ ਕਿ ਇਸ ਇਨਕਲਾਈਨਡ ਲਾਈਨ ਦੀ ਵਰਤੋਂ ਕਰਕੇ ਅਤੇ ਇਸ ਨੂੰ ਕੰਸਟਰਕਟ ਕਰਦੇ ਹੋਏ ਇਕੁਅਲ ਪਾਰਟ ਦੀ ਸੰਖਿਆ ਵਿੱਚ ਕਿਵੇਂ ਡਿਵਾਈਡ ਕਰਨਾ ਹੈ। ਇਸ ਲਈ ਕਿਉਂਕਿ ਇਹ 70 ਮਿਲੀਮੀਟਰ ਸਾਡੇ ਲਈ ਪੁਆਇੰਟ 1, 2, 3, 4, 5, 6, 7 ਤੇ ਲੋਕੇਟ ਕਰਨਾ ਆਸਾਨ ਹੈ। ਸੀ ਤੋਂ ਪਹਿਲੇ, ਦੂਜੇ, ਤੀਜੇ, ਚੌਥੇ ਤੋਂ ਚੌਥੇ ਡਿਵੀਜ਼ਨ ਤੇ ਵੀ ਦਾ ਮਾਰਕ ਲਗਾਓ। ਇਸ ਲਈ ਉਹ ਦੂਰੀ 1 ਯੂਨਿਟ, 2 ਯੂਨਿਟ, 3 ਯੂਨਿਟ, ਚੌਥੀ ਯੂਨਿਟ 40 ਮਿਲੀਮੀਟਰ ਹੈ। ਅਤੇ ਫੋਕਸ ਤੋਂ ਕਰਵ ਦੇ ਪੁਆਇੰਟ ਤੱਕ, ਕਿਉਂਕਿ ਇਸ ਪੁਆਇੰਟ ਵਿੱਚੋਂ ਲੰਘ ਰਿਹਾ ਹੈ, ਇਹ 3 ਯੂਨਿਟ ਹੋਣਗੇ, ਜੋ ਕਿ 4 ਯੂਨਿਟ ਹੋਣਗੇ। ਇਸ ਲਈ ਅਸੀਂ 3-4 ਯੂਨਿਟ ਪ੍ਰਾਪਤ ਕਰਨ ਜਾ ਰਹੇ ਹਾਂ। ਆਓ ਇਸ ਪੁਆਇੰਟ ਨੂੰ ਵੀ ਵਜੋਂ ਮਾਰਕ ਕਰੀਏ। ਇਹ ਪੁਆਇੰਟ ਵੀ ਹੈ। ਇਸ ਲਈ ਉਹ FV ਤੋਂ CV 3/4 ਯੂਨਿਟ ਹੋਣਗੇ, ਜੋ ਕਿ ਪੁਆਇੰਟ 75 ਹਨ। ਇਸ ਲਈ ਤੀਜਾ ਪੁਆਇੰਟ ਉਹ ਹੈ V ਤੇ ਪਰਪੈਂਡੀਕਿਊਲਰ ਡਰਾ ਕਰੋ। VB VF ਦੇ ਇਕੁਅਲ ਹੈ। ਇਸ ਲਈ VB VF ਲਾਈਨ ਦੇ ਇਕੁਅਲ ਹੈ। ਸਾਨੂੰ ਡਰਾ ਕਰਨਾ ਹੈ ਇਸ ਪਰਪਸ ਲਈ। ਸਭ ਤੋਂ ਪਹਿਲਾਂ VB VF ਦੇ ਇਕੁਅਲ ਹੈ। ਇਸ ਲਈ ਸਭ ਤੋਂ ਪਹਿਲਾਂ ਇਸ ਦੂਰੀ ਨੂੰ ਮਾਪੋ। ਇਸ VB ਨੂੰ ਇਸ ਪੁਆਇੰਟ ਤੱਕ ਟ੍ਰਾਂਸਫਰ ਕਰੋ। ਇਸ ਲਈ 1, 2, 3 ਯੂਨਿਟਸ। ਇਸ ਲਈ ਇੱਥੇ ਉਸ ਤੇ 3 ਯੂਨਿਟਸ। ਆਓ ਇਸ ਨੂੰ ਨਾਮ ਨਾਲ ਕਾਲ ਕਰੀਏ। B 1, 2, 3 ਯੂਨਿਟਾਂ। ਅਤੇ ਫਿਰ CB ਨੂੰ ਜੁਆਇਨ ਕਰੋ। ਸਾਨੂੰ ਇਸ CB ਲਾਈਨ ਨਾਲ ਜੁਆਇਨ ਕਰਨਾ ਹੈ। ਇਹ ਪੁਆਇੰਟ C ਹੈ ਅਤੇ ਇਹ ਪੁਆਇੰਟ B ਹੈ। ਇਸ ਨੂੰ ਸਾਰੇ ਤਰੀਕੇ ਨਾਲ ਵਧਾਇਆ ਜਾ ਸਕਦਾ ਹੈ। ਇਸ ਲਈ ਅਸੀਂ ਚੌਥੇ ਪੁਆਇੰਟ ਦੇ ਨਾਲ ਪੂਰਾ ਕਰ ਲਿਆ ਹੈ। ਹੁਣ F ਦੁਆਰਾ ਇੱਕ ਲਾਈਨ ਡਰਾ ਕਰੋ।
45 ਡਿਗਰੀ। ਤਾਂ F ਪੁਆਇੰਟ ਨੂੰ ਪਤਾ ਹੈ ਕਿ ਅਸੀਂ 45 ਡਿਗਰੀ ਲਾਈਨ ਡਰਾ ਕਰਨੀ ਹੈ। ਇਸ ਲਈ ਸਾਡੇ ਪ੍ਰੋਟਰੈਕਟਰ ਦੀ ਵਰਤੋਂ ਕਰੋ। ਇਸ ਨੂੰ ਰੱਖੋ। 45 ਡਿਗਰੀ ਤੇ ਇਹ ਪੁਆਇੰਟ ਲੋਕੇਟ ਕਰੋ। ਇੱਥੇ ਕਿਤੇ। ਇਹਨਾਂ ਲਾਈਨਾਂ ਨੂੰ ਜੋੜੋ। ਪੁਆਇੰਟ C। ਇਸ ਲਈ ਡਰਾਫਟਰ ਦੁਆਰਾ ਇੱਕ ਬਹੁਤ ਜ਼ਿਆਦਾ ਸਟੀਕ ਲਾਈਨਾਂ ਪ੍ਰਾਪਤ ਕਰਨ ਲਈ ਇੱਕ ਪੋਰਸ਼ਨ ਵਿੱਚ ਹੋਵੇਗਾ ਵੀ F ਰਾਹੀਂ ਮਿਲਦਾ ਹੈ। F ਸਾਨੂੰ ਇਹ ਬਣਨਾ ਹੈ। ਅਸੀਂ ਇਸ ਲਈ ਹਾਂ। ਅਸੀਂ 45 ਡਿਗਰੀ ਤੇ ਇਹ ਲਾਈਨ F ਰਾਹੀਂ ਡਰਾ ਕਰਨੀ ਪਵੇਗੀ। ਇਸ ਲਈ ਫੋਕਸ ਪੁਆਇੰਟ। ਅਸੀਂ ਇਸ ਪੁਆਇੰਟ ਵਰਗਾ ਕੁਝ ਲੋਕੇਟ ਕਰਦੇ ਹਾਂ। ਠੀਕ ਹੈ। F ਤੋਂ ਉਸ ਪੁਆਇੰਟ ਰਾਹੀਂ ਇਹ ਦੋ ਲਾਈਨ ਡਰਾ ਕਰੋ ਕਿ ਇੱਥੇ ਕਿਤੇ ਇੱਕ ਦੂਜੇ ਨੂੰ ਇੰਟਰਸੈਕਟ ਕਰਦਾ ਹੈ। ਹੁਣ ਇਸ ਕੇਸ ਵਿੱਚ ਬਾਕਸ ਦੇ ਬਾਹਰ ਹੈ। ਆਓ ਇਸ ਨੂੰ ਹੇਠਾਂ ਖਿੱਚੀਏ। ਇਸ ਲਈ ਉੱਥੇ ਕਿਤੇ ਇੰਟਰਸੈਕਟ ਕਰਨ ਲਈ ਜਾ ਰਿਹਾ ਹੈ। ਇਸ ਲਈ ਕਿਸੇ ਨੂੰ ਇਹਨਾਂ ਡਰਾਇੰਗ ਸ਼ੀਟਾਂ ਨਾਲ ਸਾਵਧਾਨ ਰਹਿਣਾ ਚਾਹੀਦਾ ਹੈ। ਇਸ ਲਈ ਇਹ ਇਸ ਬਿੰਦੂ ਤੇ ਕਿਤੇ ਇੰਟਰਸੈਕਟ ਜਾ ਰਿਹਾ ਹੈ। ਇੱਕ ਵਾਰ ਜਦੋਂ ਅਸੀਂ ਉਸ ਪੁਆਇੰਟ ਨੂੰ ਜਾਣ ਲੈਂਦੇ ਹਾਂ, ਤਾਂ ਅਸੀਂ D ਲੋਕੇਟ ਕਰਾਂਗੇ। ਇੱਥੇ ਕਿਤੇ ਇਹ ਵਰਟੀਕਲ ਥਿੰਗ ਡਰੋਪ ਕਰੋ ਤਾਂ ਜੋ ਅਸੀਂ ਕੰਸਟਰਕਟ ਕਰਨ ਲਈ ਇੱਕ ਪੋਰਸ਼ਨ ਵਿੱਚ ਹੋਵਾਂਗੇ। ਉਹ ਵੀ ਕਿੱਥੇ ਹੈ। ਇਸ ਲਈ ਇੱਕ ਵੱਡਾ ਇਲਿਪਸ ਜੋ ਇਸ ਰਸਤੇ ਵਿੱਚੋਂ ਲੰਘਦਾ ਹੈ। ਅਸੀਂ ਉਸ ਨੂੰ ਕੰਸਟਰਕਟ ਕਰਨ ਜਾ ਰਹੇ ਹਾਂ। ਇਸ ਲਈ ਅਸੀਂ ਪੁਆਇੰਟ ਨੰਬਰ 5 ਤੇ ਹਾਂ, ਜਿੱਥੇ ਅਸੀਂ ਇੱਕ 45 ਡਿਗਰੀ ਲਾਈਨ ਡਰਾ ਕੀਤੀ ਹੈ। ਇਹ ਪੁਆਇੰਟ F ਤੋਂ 45 ਡਿਗਰੀ ਲਾਈਨ ਹੈ ਅਤੇ ਅਸੀਂ ਪਹਿਲਾਂ ਹੀ BB ਦੇ ਇਕੁਅਲ VF ਤੇ ਲੋਕੇਟ ਹੈ ਤਾਂ ਕਿ C ਤੋਂ ਲੰਘਦੀ ਇੱਕ ਲਾਈਨ ਸਾਰੇ ਰਸਤੇ B। ਅਸੀਂ ਇਸ ਨੂੰ ਵਧਾਇਆ ਅਤੇ ਫੋਕਸ ਪੁਆਇੰਟ F ਤੋਂ 45 ਡਿਗਰੀ ਤੇ ਇੱਕ ਲਾਈਨ। ਇਸ ਲਈ ਇਹ D ਤੇ ਇੰਟਰਸੈਕਟ ਕਰਨ ਜਾ ਰਿਹਾ ਹੈ। ਇੱਕ ਵਾਰ ਜਦੋਂ ਅਸੀਂ ਇਸ D ਪੁਆਇੰਟ ਇੰਟਰਸੈਕਸ਼ਨ ਪੁਆਇੰਟ ਨੂੰ ਜਾਣ ਲੈਂਦੇ ਹਾਂ ਤਾਂ D ਤੋਂ ਇਹ ਪਰਪੈਂਡੀਕਿਊਲਰ ਡਰੋਪ ਕਰੋ ਇੱਕ ਹੋਰੀਜ਼ੋਂਟਲ ਲਾਈਨ ਤੱਕ ਨੀਚੇ ਜਾਓ ਜਿੱਥੇ C O V ਮਿਲਦੇ ਹਨ। ਇਸ ਲਈ ਵੀ ਇਸ ਇਲਿਪਸ ਦਾ ਇੱਕ ਐਂਡ ਹੈ। ਵੀ ਇੱਕ ਇਲਿਪਸ ਦਾ ਇੱਕ ਹੋਰ ਐਂਡ ਹੈ। ਜੇਕਰ ਅਸੀਂ ਇੱਕ ਇਲਿਪਸ ਦੀ ਡਰਾਇੰਗ ਕਰ ਰਹੇ ਹਾਂ ਤਾਂ ਇਹ ਇਹਨਾਂ ਪੁਆਇੰਟ ਵਿੱਚੋਂ ਲੰਘਦਾ ਹੈ। ਇੱਕ ਵਾਰ ਜਦੋਂ ਅਸੀਂ V ਅਤੇ V ਨੂੰ ਜਾਣਦੇ ਹਾਂ, ਅਸੀਂ ਇੰਟਰਸੈਕਸ਼ਨ ਪੁਆਇੰਟ ਬਣਾ ਸਕਦੇ ਹਾਂ ਇਸ ਲਈ ਕਿ ਇੱਕ ਪਰਪੈਂਡੀਕਿਊਲਰ ਬਾਇਸੈਕਟਰ O ਤੇ ਮਿਲਦਾ ਹੈ। ਇਸ ਲਈ ਇਹ ਉਸ ਇਲਿਪਸ ਦਾ ਸੈਂਟਰ ਹੈ। ਦੋ ਫੋਕਸ ਸਾਡੇ ਕੋਲ ਹਮੇਸ਼ਾ V ਤੋਂ F ਤੱਕ ਹੋਣ ਜਾ ਰਹੇ ਹਨ ਅਤੇ O ਸੈਂਟਰ ਹੈ। ਇਸ ਲਈ FO ਦੁਬਾਰਾ ਇਸ ਨਵੇਂ ਪੁਆਇੰਟ F ਦੇ ਇਕੁਅਲ ਜਿੱਥੇ ਕੋਈ ਹੋਰ ਫੋਕਸ ਇਸ ਨੂੰ ਲੋਕੇਟ ਕਰ ਸਕਦਾ ਹੈ। ਦੂਸਰਾ ਰਸਤਾ V ਤੋਂ ਹੈ। ਸਾਡੇ ਕੋਲ F ਦੀ ਜਿੰਨੀ ਵੀ ਦੂਰੀ ਹੈ, ਉਹੀ ਇੱਕ ਹੋਰ ਫੋਕਸ ਅਸੀਂ ਇਸ ਪੁਆਇੰਟ ਤੇ ਰੱਖਣ ਜਾ ਰਹੇ ਹਾਂ। ਇਸ ਲਈ
ਫੋਕਸ ਪੁਆਇੰਟ ਦੁਬਾਰਾ ਉਸ ਲੋਕੇਸ਼ਨ ਤੇ ਹੋਵੇਗਾ। ਇੱਕ ਵਾਰ ਜਦੋਂ ਅਸੀਂ ਇਹਨਾਂ ਲਾਈਨਾਂ ਨੂੰ ਪਰਿਭਾਸ਼ਿਤ ਕਰਦੇ ਹਾਂ ਤਾਂ ਆਓ ਇਸ ਕਰਵ ਦੇ ਅੱਧੇ ਪਾਰਟ ਨੂੰ ਵੇਖੀਏ। ਇੱਕ ਵਾਰ ਜਦੋਂ ਅਸੀਂ ਜਾਣਦੇ ਹਾਂ ਕਿ ਇਸ ਕਰਵ ਤੇ ਪੁਆਇੰਟ 1, 2, 3 ਅਤੇ 4, 5 ਕਾਇੰਡ ਦੇ ਪੁਆਇੰਟ ਲੋਕੇਟ ਕਰੋ। 1, 2, 1 ਦੀ ਇਹ ਦੂਰੀ ਦੀ ਵਰਤੋਂ ਕਰੋ। ਫੋਕਲ ਪੁਆਇੰਟ F ਤੋਂ ਦੂਰੀ ਦੇ ਰੂਪ ਵਿੱਚ ਇਹ ਜੋ ਵੀ ਹੋਵੇ, ਇੱਕ ਆਰਕ ਬਣਾਉਣ ਦੀ ਕੋਸ਼ਿਸ਼ ਕਰੋ ਜੋ ਜਾ ਰਿਹਾ ਹੈ। ਇਸ ਨੂੰ ਇੱਕ ਕੱਟ ਕਰੋ। ਆਓ ਇਸ ਨੂੰ ਬੁਲਾਈਏ। ਸਿਮਿਲਰਲੀ ਦੂਜੀ ਸਾਈਡ ਤੇ ਇੱਕ ਕੱਟ ਕਰੋ। ਇਸ ਲਈ ਇਹਨਾਂ ਪੁਆਇੰਟ ਨੂੰ ਨਾਮ ਦਿਓ, ਜਿਵੇਂ ਕਿ P1 ਅਤੇ P1। ਸਿਮਿਲਰਲੀ ਦੂਰੀ 2 ਤੋਂ 2 ਅਤੇ F ਜਿਵੇਂ ਕਿ ਇੱਕ ਆਰਕ ਬਣਾਉਂਦਾ ਹੈ, ਇਸ ਲਈ ਉਸ ਨੂੰ P2 ਦੇ ਤੌਰ ਤੇ ਬੁਲਾਓ। ਸਿਮਿਲਰਲੀ ਇੱਥੇ ਤੋਂ 2 ਲਾਈਨਾਂ ਤੱਕ ਇੱਕ ਹੋਰ ਆਰਕ ਬਣਾਓ। ਇਸ ਲਈ ਜੇਕਰ ਅਸੀਂ ਇਹਨਾਂ ਲਾਈਨਾਂ ਨੂੰ ਵਧਾ ਰਹੇ ਹਾਂ ਤਾਂ ਇਹ ਇਸ ਪੁਆਇੰਟ ਤੇ ਇੱਕ ਦੂਜੇ ਨੂੰ ਇੰਟਰਸੈਕਟ ਕਰਨ ਜਾ ਰਿਹਾ ਹੈ। ਇਸ ਲਈ ਇਹ P2 ਹੈ ਅਤੇ ਇਹ ਇੱਕ P2। ਸਾਡੇ ਕੋਲ ਕਿੰਨੇ ਪੁਆਇੰਟ ਹੋਣ ਜਾ ਰਹੇ ਹਨ ਜੇਕਰ ਅਸੀਂ ਇਹਨਾਂ ਵਰਟੀਕਲ ਲਾਈਨ ਨੂੰ ਡਰਾ ਹੋਏ ਕਈ ਹੋਰ ਪੁਆਇੰਟ ਨੂੰ ਡਿਵਾਈਡ ਕਰਨ ਜਾ ਰਹੇ ਹਾਂ। ਸਾਡੇ ਕੋਲ ਹੋਰ ਵੀ ਬਹੁਤ ਸਾਰੇ ਪੁਆਇੰਟ ਹੋ ਸਕਦੇ ਹਨ। ਸਿਰਫ ਇੱਕ ਥਿੰਗ ਇਸ ਪੁਆਇੰਟ ਤੋਂ ਹੈ। ਸਾਨੂੰ ਮਾਰਕ ਲਗਾਉਣਾ ਹੋਵੇਗਾ। ਫੋਕਸ ਪੁਆਇੰਟ ਤੋਂ ਇਹ ਦੂਰੀ ਕੀ ਹੈ? ਇੱਕ ਆਰਕ ਬਣਾਓ। ਸਿਮਿਲਰਲੀ ਇਸ ਪੁਆਇੰਟ ਤੋਂ ਇਹ ਵਰਟੀਕਲ ਡਿਸਟੈਂਸ ਕੀ ਹੈ? ਉਸ ਵਰਟੀਕਲ ਡਿਸਟੈਂਸ ਦੀ ਵਰਤੋਂ ਕਰੋ। ਇੱਕ ਆਰਕ ਬਣਾਓ ਤਾਂ ਜੋ ਅਸੀਂ ਇਹਨਾਂ ਪੁਆਇੰਟ ਨੂੰ ਮਾਰਕ ਕਰਨ ਲਈ ਇੱਕ ਪੋਰਸ਼ਨ ਵਿੱਚ ਹੋਵਾਂਗੇ। ਅਸੀਂ ਇਸ ਪਰਪਸ ਲਈ ਇੱਕ ਫ੍ਰੀਹੈਂਡ ਕਰਵ ਰੱਖਣ ਜਾ ਰਹੇ ਹਾਂ। ਕੋਈ ਵੀ ਫ੍ਰੈਂਚ ਕਰਵ ਦੀ ਵਰਤੋਂ ਕਰ ਸਕਦਾ ਹੈ। ਜੇਕਰ ਅਸੀਂ ਇੱਕ ਫ੍ਰੀਹੈਂਡ ਕਰਵ ਬਣਾ ਰਹੇ ਹਾਂ ਤਾਂ ਇਹ ਇੱਕ ਇਲਿਪਸ ਬਣਾਉਂਦਾ ਹੈ ਜੋ ਉੱਥੇ ਸਾਰੇ ਰਸਤੇ ਨੂੰ ਟਰੈਕ ਕਰਦਾ ਹੈ ਅਤੇ ਦੁਬਾਰਾ ਵੀ ਇੱਕ ਪੁਆਇੰਟ ਵਿੱਚੋਂ ਲੰਘਦਾ ਹੈ ਅਤੇ ਵਾਪਸ ਆਉਂਦਾ ਹੈ। ਇਹ ਉਹ ਤਰੀਕਾ ਹੈ ਜਿਸ ਨੂੰ ਇਸ ਇਲਿਪਸ ਨੂੰ ਕੰਸਟਰਕਟ ਕਰਨਾ ਚਾਹੀਦਾ ਹੈ। ਇਸ ਲਈ ਅਸੀਂ ਇੱਥੇ ਇਲਿਪਸ ਦਾ ਪਾਰਟ ਕੰਸਟਰਕਟ ਕੀਤਾ ਹੈ। ਜੇਕਰ ਅਸੀਂ ਇਸ ਵਿਧੀ ਨਾਲ ਚੱਲਦੇ ਹਾਂ ਅੰਤ ਵਿੱਚ ਅਸੀਂ ਇਸ ਇਲਿਪਸ ਨੂੰ ਕੰਸਟਰਕਟ ਕਰਾਂਗੇ। ਕਿਸੇ ਵੀ ਇਲਿਪਸ ਲਈ ਤੁਸੀਂ ਫੋਕਸ ਤੋਂ ਇੱਕ ਪੁਆਇੰਟ ਚੁਣਦੇ ਹੋ ਕਿ ਦੂਰੀ ਕੀ ਹੈ। ਆਓ ਅਸੀਂ ਇਸ ਕੇਸ ਵਿੱਚ 3 ਅਤੇ ਪੁਆਇੰਟ ਤੋਂ ਡਾਇਰੈਕਟ੍ਰਿਕਸ C ਤੱਕ, ਜੋ ਕਿ ਇਸ ਕੇਸ ਵਿੱਚ 4 ਕਹੀਏ। ਇਸ ਲਈ ਐਕਸੈਂਟ੍ਰਿਸਿਟੀ ਇੱਥੇ 3/4। ਜੇਕਰ ਇਹ ਕਿਸੇ ਹੋਰ ਫੈਕਟਰ ਵਰਗਾ ਹੈ, ਕੋਈ ਵੀ 1 ਤੋਂ ਘੱਟ ਇੱਕ ਇਲਿਪਸ ਪ੍ਰਾਪਤ ਹੁੰਦਾ ਹੈ। ਇਸ ਕੇਸ ਵਿੱਚ ਅਸੀਂ 3/4 ਦੀ ਵਰਤੋਂ ਕੀਤੀ ਹੈ। ਇੱਕ ਵੀ ਅੱਧੇ ਵਰਗੀ ਚੀਜ਼ ਦੀ ਵਰਤੋਂ ਕਰ ਸਕਦਾ ਹੈ। ਜੇਕਰ ਇਹ ਅੱਧੇ ਦੇ ਇਕੁਅਲ ਹੈ, 3/4 ਅਨੁਪਾਤ 0.75 ਬਣਾਉਂਦਾ ਹੈ ਤਾਂ 1:2 ਅਨੁਪਾਤ ਦਾ ਮਤਲਬ ਹੈ ਕਿ ਅਸੀਂ ਇਸ ਨੂੰ ਪਾਰਟ ਵਿੱਚ ਬਣਾਉਣਾ ਹੈ। ਸਭ ਤੋਂ ਪਹਿਲਾਂ ਉਸ ਦਿਸ਼ਾ ਵਿੱਚ ਪਾਰਟ ਨੂੰ ਇੱਕ ਪਾਰਟ ਤੇ ਲੋਕੇਟ ਕਰੋ, ਫਿਰ ਉਸੇ ਵਿਧੀ ਨਾਲ ਚੱਲੋ ਅਸੀਂ ਇੱਕ ਹੋਰ ਇਲਿਪਸ ਪ੍ਰਾਪਤ ਕਰਾਂਗੇ। ਇਸ ਤਰ੍ਹਾਂ ਕੋਈ ਵੀ ਜਨਰਲ ਇਲਿਪਸ ਇੱਕ ਹੈ, ਇਸ ਨੂੰ ਕੰਸਟਰਕਟ ਕਰਨ ਲਈ ਇੱਕ ਪੋਰਸ਼ਨ ਵਿੱਚ ਹੋਵੇਗਾ। ਅਗਲੀ ਕਲਾਸ ਵਿੱਚ ਅਸੀਂ ਕੰਸੈਂਟ੍ਰਿਕ ਸਰਕਲ ਮੈਥਡ ਬਾਰੇ ਸਿੱਖਾਂਗੇ ਅਤੇ ਉੱਥੇ ਓਬਲੋਂਗ ਮੈਥਡ ਤੋਂ ਬਾਅਦ। ਤੁਹਾਡਾ ਬਹੁਤ ਬਹੁਤ ਧੰਨਵਾਦ।